ਜਿਹੜੀ ਤੁਸੀਂ ਪਹਿਲਾਂ ਇੱਕ ਕਲਿੱਪ ਸੁਣਾਈ ਹੈ ਜੀ। ਸੁਖਬੀਰ ਸਿੰਘ ਬਾਦਲ ਜੀ ਦੀ, ਹਾਂਜੀ ਉਹਦੇ ਵਿੱਚ ਉਹਨਾਂ ਨੇ ਦਾਦੂਵਾਲ ਜੀ ਦੇ ਉੱਤੇ ਤੰਜ ਕੱਸਿਆ। ਹਾਂਜੀ। ਠੀਕ ਹੈ। ਹੂੰ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਪੰਥ ਸਿਰਫ ਸੁਖਬੀਰ ਸਿੰਘ ਬਾਦਲ ਹੀ ਹੈ। ਹੂੰ ਪੰਥ ਕੱਲਾ ਸੁਖਬੀਰ ਸਿੰਘ ਬਾਦਲ ਨਹੀਂ ਹੈ, ਪੰਥ ਬਹੁਤ ਵੱਡਾ ਹੈ ਜੀ। ਤੇ ਐਡੇ ਵੱਡੇ ਬੰਦੇ ਨੂੰ, ਖਾਸ ਕਰ ਸੁਖਬੀਰ ਸਿੰਘ ਬਾਦਲ ਜੀ ਵਰਗੇ ਇੰਨੇ ਸਤਿਕਾਰਯੋਗ ਬੰਦੇ ਨੂੰ ਆਪਣੀ ਗੱਲ ਕਹਿਣ ਲੱਗਿਆਂ ਕਿਸੇ ਦੇ ਲਈ ਸ਼ਬਦਾਵਲੀ ਦਾ ਬਹੁਤ ਧਿਆਨ ਨਾਲ ਵਰਤਾਰਾ ਕਰਨਾ ਚਾਹੀਦਾ ਹੈ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਜੇ ਪਿੰਡ ਵਿੱਚੋਂ ਉਹਨਾਂ ਨੂੰ ਭਜਾਇਆ ਗਿਆ ਤੇ ਸੁਖਬੀਰ ਸਿੰਘ ਬਾਦਲ ਹਰਾਂ ਨੂੰ ਵੀ ਉਹਨਾਂ ਦੀ ਕਾਂਸਟੀਚੁਐਂਸੀ ਚੋਂ ਭਜਾ ਦਿੱਤਾ ਗਿਆ। ਉਹ ਵੀ ਉੱਥੇ ਜੋਗੇ ਨਹੀਂ ਰਹੇ। ਲੋਕਾਂ ਨੇ ਸਾਫ਼ ਪਿਛਲੀ ਇਲੈਕਸ਼ਨ ਦੇ ਵਿੱਚ ਜਵਾਬ ਦੇ ਦਿੱਤਾ ਹੈ ਉਹਨਾਂ ਨੂੰ ਵੀ। ਇਸ ਕਰਕੇ ਉਹਨਾਂ ਨੂੰ ਇਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਦਾਦੂਵਾਲ ਜੀ ਅੱਜ ਵੀ ਸਟੈਂਡ ਕਰ ਰਹੇ ਨੇ, ਉਹਨਾਂ ਦਾ ਆਪਣਾ ਇੱਕ ਅਕਸ ਹੈ ਪੂਰੀ ਦੁਨੀਆ ਦੇ ਵਿੱਚ, ਤੇ ਉਹਨਾਂ ਨੇ ਹੀ ਇਹਨਾਂ ਦੇ ਖਿਲਾਫ ਇਹ ਲੜਾਈ ਲੜੀ ਹੈ। ਸੌਦਾ ਸਾਧ ਦੇ ਖਿਲਾਫ ਵੀ ਉਹਨਾਂ ਨੇ ਹੀ ਲੜਾਈ ਲੜੀ ਹੈ, ਜਿਨ੍ਹਾਂ ਕੋਲੋਂ ਇਹਨਾਂ ਨੇ ਵੋਟਾਂ ਦੇ ਲਈ, ਜੇ ਇਹਨਾਂ ਨੇ ਜਿੱਥੇ ਪੰਥ ਵੇਚਿਆ ਵੋਟਾਂ ਦੇ ਲਈ, ਇਹਨਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ। ਨਹੀਂ, ਤੁਸੀਂ ਅੱਜ ਦੀ ਜਿਹੜੀ ਇਕੱਤਰਤਾ ਜਿਹਦੇ ਤੇ ਆਪਾਂ ਗੱਲਬਾਤ ਕਰ ਰਹੇ ਹਾਂ, ਮੈਂ ਜਿਹੜੀ ਅੱਜ ਦੀ ਇਕੱਤਰਤਾ ਦੀ ਵੀ ਗੱਲ ਕਰ ਰਿਹਾ ਤੁਹਾਡੇ ਨਾਲ ਜੀ, ਕਿ ਸਰਨਾ ਭਰਾਵ ਜਿਹੜੇ ਨੇ ਜਾਂ ਬਾਦਲ ਸਾਹਿਬ ਦਾ ਜਿਹੜਾ ਮੇਲ, ਉਹ ਦੋ ਪਰਿਵਾਰ ਆਪਸ 'ਚ ਮਿਲੇ ਨੇ, ਇਹਦਾ ਸਾਨੂੰ ਕੋਈ ਇਤਰਾਜ਼ ਨਹੀਂ। ਪਰ ਜੇ ਇਹਨੂੰ ਕਹਿਣ ਕਿ ਪੰਥ ਦਾ ਮੇਲ ਹੋਇਆ ਤੇ ਪੰਥ ਦਾ ਮੇਲ ਨਹੀਂ ਹੋਇਆ। ਠੀਕ ਹੈ, ਠੀਕ ਹੈ। ਬਰਾੜ ਸਾਹਿਬ ਜਵਾਬ ਦੇ ਦਿਓ, ਜਿਹੜੀਆਂ ਗੱਲਾਂ ਆਪਣਾ ਕਾਲਕਾ ਸਾਹਿਬ ਕਰ ਰਹੇ ਸੀ ਜਾਂ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ ਵੀ ਪੰਥ ਦਾ ਮੇਲ ਨਹੀਂ ਹੈ, ਦੋ ਪਰਿਵਾਰਾਂ ਦਾ ਮੇਲ ਹੈ, ਉਹਨੂੰ ਕਿਉਂ ਪੰਥਕ ਮੇਲ ਕਿਹਾ ਜਾ ਰਿਹਾ? ਦੇਖੋ, ਮੇਰੀ ਬੇਨਤੀ ਹੈ ਇੱਕ ਗੱਲ ਦੀ, ਕਾਲਕਾ ਸਾਹਿਬ ਜਿਸ ਹੱਦ ਤੱਕ ਪਿਛਲੇ ਦਿਨਾਂ ਦੇ ਜ਼ਹਿਰ ਉਗਲ ਰਹੇ ਆ, ਭਾਵੇਂ ਉਹ ਸਰਨਾ ਸਾਹਿਬ ਦੇ ਖਿਲਾਫ ਹੋਵੇ ਤੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਪਾਰਟੀ ਦੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਖਿਲਾਫ ਹੋਣ, ਮੇਰਾ ਖਿਆਲ ਹੈ ਕਿ ਪਿੱਛੋਂ ਕੋਈ ਨਾ ਕੋਈ ਚੂੜੀ ਮਰੋੜੀ ਜਾ ਰਹੀ ਹੈ ਵੀ ਤੁਸੀਂ ਆਹ ਬੋਲਣਾ, ਤੁਸੀਂ ਆਹ ਬੋਲਣਾ। ਕਿਉਂਕਿ ਕਾਲਕਾ ਸਾਹਿਬ ਨੇ ਕਿਹਾ ਗੱਲ ਦੂਰ ਤਿੱਕਰ ਜਾਊ, ਗੱਲ ਤਾਂ ਕਾਲਕਾ ਸਾਹਿਬ ਜਿੱਥੇ ਮਰਜ਼ੀ ਦੂਰ ਤਿੱਕਰ ਲੈ ਜਾਈਏ, ਇਹ ਦੋਵਾਂ ਧਿਰਾਂ ਨੂੰ ਬਰਾਬਰ ਹੀ ਹੈ। ਮੈਨੂੰ ਇਹ ਲੱਗਦਾ, ਮੈਂ ਕਾਲਕਾ ਸਾਹਿਬ ਤੋਂ ਬਿਨਾਂ ਅੱਜ ਤੱਕ ਸ਼ਬਦ ਨਹੀਂ ਵਰਤਿਆ। ਤੇ ਜੇ ਤੁਸੀਂ ਬਾਦਲ ਪਰਿਵਾਰ, ਉਹੀ ਬਾਦਲ ਪਰਿਵਾਰ ਆ ਜਿਹਦੇ ਕੋਲੋਂ ਆਪਾਂ ਟਾਈਮ ਮੰਗ ਕੇ ਮਿਲਦੇ ਹੁੰਦੇ ਸੀ ਤੇ ਜਿਨ੍ਹਾਂ ਕਰਕੇ ਇੱਥੋਂ ਤੱਕ ਪਹੁੰਚੇ ਆ, ਆਪਾਂ ਉਹਨਾਂ ਗੱਲਾਂ 'ਚ ਨਾ ਜਾਈਏ। ਮੇਰੀ ਇੱਕੋ ਬੇਨਤੀ ਹੈ ਕਿ ਇੱਕ ਗੱਲ ਮੈਨੂੰ, ਹਾਲਾਂਕਿ ਮੈਂ ਸਰਨਾ ਭਰਾਵਾਂ ਦੇ ਉੱਤੇ ਜਿਹੜੀਆਂ ਗੱਲਾਂ ਪਿਛਲੇ ਦਿਨਾਂ ਦੇ ਵਿੱਚ ਵਾਪਰੀਆਂ, ਭਾਵੇਂ ਆਪਾਂ ਬਹੁਤ ਸਾਰੇ ਕਈ ਗੱਲਾਂ ਤੇ ਅਸੀਂ ਵੀ ਤੰਜ ਕੱਸਦੇ ਰਹੇ ਹਾਂ, ਪਰ ਜੇ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਗਏ ਹੈ ਤੇ ਪਿਛਲੀਆਂ ਇਹਦਾ ਮਤਲਬ ਉਹ ਛੱਡ ਕੇ ਹੀ ਆ ਰਹੇ ਆ ਨਾ। ਐਵੇਂ ਤਾਂ ਕੋਈ ਕਿਸੇ ਦੇ ਘਰ ਆਂਦਾ ਨਹੀਂ ਜਾਂ ਕਿਸੇ ਪਾਰਟੀ ਦੇ ਨਾਲ ਮਿਲਦਾ ਨਹੀਂਗਾ, ਇੱਕ ਗੱਲ। ਔਰ ਦੂਜੀ ਗੱਲ, ਅੱਜ ਕਈ ਵਾਰੀ ਜਦੋਂ ਗੱਲ ਬੰਦਾ ਕਰਦਾ ਤੇ ਉਦੋਂ ਵੱਡੀ ਲੱਗਦੀ ਹੈ ਕਿ ਉਹ ਅੱਜ ਤੱਕ ਮੈਨੂੰ ਅਹਿਸਾਸ ਨਹੀਂ ਸੀ ਹੋਇਆ ਕਿ ਜੇ 23 ਸਾਲ ਉਹ ਕਿਸੇ ਪਾਰਟੀ ਕੋਲੇ ਮੁੱਲ ਵੱਟਣਾ ਚਾਹੁੰਦੇ, ਜਿਵੇਂ ਅੱਜ ਕਈ ਵੱਟੀ ਜਾਂਦੇ ਆ, ਤਾਂ ਉਹ ਵੱਟ ਸਕਦੇ ਸੀ। ਭਾਵੇਂ ਕਾਂਗਰਸ ਪਾਰਟੀ ਨਾਲ ਵੀ ਉਹਨਾਂ ਦੇ ਸੀਨੀਅਰ ਲੀਡਰਸ਼ਿਪ ਨਾਲ ਡਾਕਟਰ ਮਨਮੋਹਨ ਸਿੰਘ ਤੋਂ ਲਾ ਕੇ ਕਾਫੀ ਚੰਗੀ ਰਹੀ, ਇਸੇ ਤਰ੍ਹਾਂ ਬੀਜੇਪੀ ਵੀ ਸਮੇਂ ਦੇ ਹਾਲਾਤਾਂ ਦੇ ਮੁਤਾਬਕ ਜੇ ਕੋਈ ਮੁੱਲ ਪਾਉਣਾ ਵੱਟਣਾ ਚਾਹੁੰਦੀ, ਇਹ ਪਾ ਸਕਦੇ ਸੀ। ਇਹ ਵੱਡੀ ਗੱਲ ਰਹੀ ਜਿਹੜਾ ਉਹਨਾਂ ਨੇ 22-23 ਸਾਲ ਆਪਣਾ ਸ਼੍ਰੋਮਣੀ ਅਕਾਲੀ ਦਲ ਨੂੰ ਕਾਇਮ ਰੱਖਿਆ ਤੇ ਸ਼੍ਰੋਮਣੀ ਅਕਾਲੀ ਦਲ ਹੀ ਵਾਪਸ ਜਿਹੜਾ ਹੈਗਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਉਹਨਾਂ ਨੇ ਅੱਜ ਸਮਝ ਲਓ ਰਲੇਵਾਂ ਕੀਤਾ। ਇਸ ਕਰਕੇ ਇਹ ਮੇਰੀ ਬੇਨਤੀ ਹੈ। ਤੇ ਦੂਜੀ ਗੱਲ, ਮੈਂ ਦਾਦੂਵਾਲ ਸਾਹਿਬ ਦੀ ਗੱਲ, ਮੈਂ ਇੱਕ ਗੱਲ ਦੱਸ ਦਿਆਂ, ਵੋਟਾਂ ਦੇ ਵਿੱਚ ਭਾਈ ਸਾਹਿਬ ਮੈਂ ਇੱਕ ਬੇਨਤੀ ਕਰਦੇ ਆ ਕਿ ਇਹ ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ। ਔਰ ਜਿਹੜੇ ਦਾਦੂਵਾਲ ਸਾਹਿਬ ਬਣੇ ਆ, ਮੈਂ ਚਲੋ ਰਿਸਪੈਕਟ ਨਾਲ ਬੋਲਦਾ, ਦਾਦੂਵਾਲ ਸਾਹਿਬ ਬਣੇ ਆ ਜਿਹੜੇ ਕਾਂਗਰਸ ਦੀ ਬਣਾਈ ਹੋਈ ਔਰ ਹੁਣ ਬੀਜੇਪੀ ਦੀ ਬੈਕਅਪ ਨਾਲ ਜਿਹੜੀ ਹੈ ਉਹ ਕਮੇਟੀ ਚੱਲ ਰਹੀ ਹੈ ਤੇ ਉਹਦੇ ਪ੍ਰਧਾਨ ਬਣੇ ਆ। ਉਹ ਵੀ ਕੋਈ ਪੰਥ ਦੇ ਪ੍ਰਧਾਨ ਨਹੀਂ, ਜੇ ਉਹ ਆਪਣੇ ਆਪ ਨੂੰ ਇਹ ਕਹਿ ਲੈਣ ਪੰਥ ਦੇ ਪ੍ਰਧਾਨ ਹੈ, ਉਹ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਲਈ ਜਿਹੜੀ ਇੱਕ ਸਾਜ਼ਿਸ਼ ਘੜੀ ਗਈ ਹੈ, ਉਹਦਾ ਮੋਹਰਾ ਨਹੀਂ, ਉਹਦਾ ਉਹ ਹਿੱਸਾ ਨਹੀਂ। ਇਸ ਕਰਕੇ ਉਹ ਵੀ ਨਾ ਸਮਝਣ, ਜੇ ਕਿਸੇ ਨੂੰ ਸ਼ਬਦ ਸਾਡੇ ਪਾਰਟੀ ਪ੍ਰਧਾਨ ਸਾਹਿਬ ਦੇ ਬੁਰੇ ਲੱਗੇ ਆ ਤਾਂ ਉਹ ਮੈਂ ਉਸ ਗੱਲ ਨੂੰ ਕਹਿਣਾ ਕਿ ਚਲੋ ਖਰ ਬੋਲਦੇ ਆ। ਕਈ ਵਾਰੀ ਦਾਦੂਵਾਲ ਸਾਹਿਬ ਦੀ ਜੇ ਭਾਸ਼ਾ ਸੁਣ ਲਓ ਤੇ ਉਹ ਕਿਹੜਾ ਕੋਈ ਕੱਲੀਆਂ ਕਹਿ ਲਈਏ ਕਿ ਸ਼ਬਦਾਂ ਦੀ ਵਿਆਖਣ ਕਰਦੇ ਆ, ਸਾਰਾ ਦਿਨ ਉਹ ਪੋਲੀਟੀਕਲੀ ਬੋਲਦੇ ਆ। ਇਸ ਕਰਕੇ ਮੇਰੀ ਬੇਨਤੀ ਹੈ, ਔਰ ਕਾਲਕਾ ਸਾਹਿਬ ਨੂੰ ਇਹ ਚੰਗੀ ਗੱਲ ਹੈ, ਪ੍ਰਧਾਨ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਕੰਮ ਕਰੋ। ਜੇ ਲੋਕ ਤੁਸੀਂ ਕੰਮ ਚੰਗਾ ਕਰ ਦੋਗੇ ਤਾਂ 3 ਸਾਲਾਂ ਬਾਅਦ ਲੋਕ ਤੁਹਾਨੂੰ ਮੰਨ ਲੈਣਗੇ। ਜੇ ਨਾ ਚੰਗਾ ਕੀਤਾ ਤਾਂ ਜੋ ਲੋਕਾਂ ਨੇ ਚਾਹਣਾ ਬਦਲ ਆਪੇ ਦੇ ਦੇਣਾ। ਠੀਕ ਹੈ, ਠੀਕ ਹੈ। ਅਖੀਰੀ ਨੋਟ ਤੇ ਇਹਨਾਂ ਨੇ ਜਿਹੜੀਆਂ ਅਗਲੀਆਂ ਚੀਜ਼ਾਂ ਆਪਾਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਅਖੀਰੀ ਨੋਟ ਚਾਹੁੰਦੀਆਂ ਨੇ ਕਿ ਹੁਣ ਅਗਲੀ ਲੜਾਈ ਜਿਹੜੀ ਹੈ ਤੁਹਾਡੀ ਕਾਲਕਾ ਸਾਹਿਬ, ਉਹ ਹੁਣ ਅਕਾਲੀ ਦਲ ਤੇ ਸਰਨਾ ਭਰਾਵਾਂ ਦਾ ਜਿਹੜਾ ਮੇਲ ਹੋਇਆ ਇਸੇ ਨਾਲ ਹੀ ਹੋਣੀ ਹੈ।
ਪਹਿਲੇ ਭਾਈ ਸਾਹਿਬ ਮੇਰੇ ਕੋਲ ਜਵਾਬ ਲੈ ਲਓ, ਕਿਉਂਕਿ ਜੀ, ਬਰਾੜ ਜੀ। ਸਾਹਿਬ ਨੇ ਬੜੇ ਅੱਛੇ ਤਰੀਕੇ ਦੇ ਨਾਲ ਗੱਲ ਕੀਤੀ ਔਰ ਸਰਨਾ ਜੀ। ਸਾਹਿਬ ਦੀ ਪੂਰੀ ਪੈਰਵੀ ਕਰ ਰਹੇ ਹੈ, ਜਿਹੜਾ ਇਹਨਾਂ ਦਾ ਕਰਨਾ ਬੰਦਾ ਵੀ ਹੈ ਇਸ ਵਕਤ। ਸਰਨਾ ਸਾਹਿਬ ਦੇ ਬਾਰੇ ਇਹਨਾਂ ਨੇ ਕਿਹਾ ਜੀ ਕੋਈ ਚਾਹੁੰਦੇ ਤੇ ਬੜਾ ਕੁਝ ਲੈ ਸਕਦੇ ਸੀ। ਪਹਿਲੀ ਗੱਲ ਤੇ ਬਰਾੜ ਸਾਹਿਬ ਨੂੰ ਬੜੀ ਚੰਗੀ ਤਰੀਕੇ ਨਾਲ ਪਤਾ ਹੈ ਕਿ ਸਰਨਾ ਸਾਹਿਬ ਇੱਕ ਵਪਾਰੀ ਆਦਮੀ ਨੇ, ਔਰ ਵਪਾਰ ਦੇ ਚੱਕਰ ਵਿੱਚ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਹਰ ਇੱਕ ਨੂੰ ਵਰਤਣ ਦੀ। ਔਰ ਮੈਂ ਅੱਜ ਹੁਣੇ 2 ਮਿੰਟ ਦੇ ਵਿੱਚ ਸਾਰੀ ਤੁਹਾਨੂੰ ਵੇਰਵਾ ਦੇ ਦਿੰਦਾ ਕਿ ਜਿਸ ਵਕਤ ਸੰਤ ਹਰਚਰਨ ਸਿੰਘ ਲੋਂਗੋਵਾਲ ਪ੍ਰਧਾਨ ਹੁੰਦੇ ਸੀ ਅਕਾਲੀ ਦਲ ਦੇ, ਤੇ ਜਦ ਇਹਨਾਂ ਦੇ ਘਰ ਇਨਕਮ ਟੈਕਸ ਦੀ ਰੇਡ ਪਈ ਸੀ ਤੇ ਅਕਾਲੀ ਦਲ ਦਾ ਪੈਸਾ ਨਿਕਲਿਆ ਸੀ, ਜਿਹਦਾ ਰਿਟਨ ਨੋਟ ਲੋਂਗੋਵਾਲ ਸਾਹਿਬ ਨੇ ਦਿੱਤਾ ਕਿ ਇਹ ਪੈਸਾ ਅਕਾਲੀ ਦਲ ਦਾ ਮੇਰੇ ਇਹਨਾਂ ਦੇ ਘਰ ਮੈਂ ਰੱਖਿਆ ਸੀ। ਦੂਸਰੀ ਗੱਲ ਆ ਜਾਓ, ਜਿਸ ਵਕਤ ਬਰਨਾਲਾ ਸਾਹਿਬ ਦੀ ਸਰਕਾਰ ਆਈ, ਇਹਨਾਂ ਨੇ ਲੁਧਿਆਣੇ ਦੇ ਵਿੱਚ ਫੈਕਟਰੀ ਅਲਾਟ ਕਰਾਈ ਉਸ ਚੀਜ਼ ਦੀ ਜਿਹੜੀ ਪ੍ਰੋਹਿਬਿਟਡ ਹੈਗੀ ਸੀ, ਔਰ ਉਸ ਤੋਂ ਬਾਅਦ ਉਹਦਾ ਫਾਇਦਾ ਚੁੱਕਣ ਤੋਂ ਬਾਅਦ ਜਿਸ ਵਕਤ ਬਾਦਲ ਸਾਹਿਬ ਦੀ ਸਰਕਾਰ ਆਈ, ਉਹਨੂੰ ਸਿੱਖ ਡਿਕਲੇਅਰ ਕਰਕੇ ਸਰਕਾਰ ਨੂੰ ਵਾਪਸ ਹੈਂਡਓਵਰ ਕਰਤੀ। ਜਿਸ ਵਕਤ ਕਾਂਗਰਸ ਦੀ ਸਰਕਾਰ ਦੇ ਨਾਲ ਇਹਨਾਂ ਦੀ ਦਿੱਲੀ ਦੇ ਵਿੱਚ ਟੋੜਾ ਸਾਹਿਬ ਦੇ ਬਣਾਉਣ ਤੋਂ ਬਾਅਦ ਕਾਂਗਰਸ ਨਾਲ ਇਹਨਾਂ ਦਾ ਅਲਾਈਅੰਸ ਹੋ ਗਿਆ, ਤੇ ਸਰੇਆਮ ਇਹਨਾਂ ਨੇ ਸਭ ਨੂੰ ਪਤਾ ਹੈ ਕਿ ਭਾਵੇਂ ਰਾਹੁਲ ਗਾਂਧੀ ਦੇ ਪੈਰਾਂ 'ਚ ਪੈਣਾ ਪਵੇ, ਮਗਰ ਇਹਨਾਂ ਨੇ ਜਿਹੜੇ ਠੇਕੇ ਲਿਆ, ਜਿਹੜੀਆਂ ਇਹਨਾਂ ਦੀਆਂ ਬੱਸਾਂ ਚੱਲਦੀਆਂ ਇਸ ਸਰਕਾਰ ਦੀ, ਔਰ ਇਹ ਗੱਲਾਂ ਮੈਂ ਨਹੀਂ ਕਰ ਰਿਹਾ, ਇਹ ਬਰਾੜ ਸਾਹਿਬ ਖੁਦ ਆ ਕੇ ਸਟੇਜਾਂ ਤੇ ਕਹਿੰਦੇ ਰਹੇ ਇੱਥੇ, ਸਾਰਾ ਅਕਾਲੀ ਦਲ ਆ ਕੇ ਮੈਂ ਇੱਕ ਚੀਜ਼ ਜਾਨਣਾ ਚਾਹਣਾ ਹੈ ਕਾਲਕਾ ਜੀ, ਤੁਸੀਂ ਵੇਰਵਾ ਦੇ ਰਹੇ ਹੋ ਬੜਾ ਲੰਬਾ ਚੌੜਾ। ਮੈਂ ਇੱਕ ਚੀਜ਼ ਜਾਨਣਾ ਚਾਹਣਾ ਕਿ ਜਿਹੜੇ ਬੰਦੇ, ਮੈਂ ਕਾਲਕਾ ਸਾਹਿਬ ਇੱਕ ਚੀਜ਼ ਜਾਨਣੀ ਚਾਹਣਾ ਹੈ, ਮਨਜੀਤ ਸਿੰਘ ਜੀਕੇ ਦਾ ਜ਼ਿਕਰ ਕਰੀਏ, ਉਹ ਪਹਿਲਾਂ ਖਿਲਾਫ ਸੀਗੇ, ਬਾਅਦ ਚ ਅਕਾਲੀ ਦਲ ਨਾਲ ਰਲੇ। ਜਦੋਂ ਖਿਲਾਫ ਸੀ ਜਾਂ ਆਪਣਾ ਦਲ ਬਣਾ ਕੇ ਚੱਲਦੇ ਸੀ, ਉਹਨਾਂ ਵੱਲੋਂ ਨਿਸ਼ਾਨੇ ਸਾਧੇ ਜਾਂਦੇ ਰਹੇ ਅਕਾਲੀ ਦਲ ਤੇ, ਫਿਰ ਉਹ ਅਕਾਲੀ ਦਲ ਦਾ ਹਿੱਸਾ ਬਣ ਗਏ, ਫਿਰ ਉਹ ਨਿਸ਼ਾਨੇ ਤਾਰੀਫਾਂ 'ਚ ਬਦਲ ਗਏ, ਫਿਰ ਉਸ ਤੋਂ ਬਾਅਦ ਫਿਰ ਮਨਮੁਟਾਵ ਹੋ ਗਏ, ਫਿਰ ਨਿਸ਼ਾਨੇ। ਫਿਰ ਇਸੇ ਤਰੀਕੇ ਨਾਲ ਸਿਰਸਾ ਸਾਹਿਬ ਦਾ ਵੀ ਇਦਾਂ ਹੀ ਹੈ, ਤੁਸੀਂ ਨਾਲ ਹੀ ਰਹੇ ਉਹਨਾਂ ਦੇ ਇੰਨਾ ਚਿਰ, ਤੁਸੀਂ ਵੀ ਅਕਾਲੀ ਦਲ 'ਚ ਇੰਨਾ ਚਿਰ ਰਹੇ। ਮਤਲਬ ਮੇਰੇ ਕਹਿਣ ਦਾ ਮਤਲਬ ਹੈ ਵੀ ਕੀ ਸਿਆਸਤ ਦੇ ਵਿੱਚ ਅੱਜ ਦਾ ਪੰਥਕ ਮੇਲ ਕੋਈ ਬਹੁਤ ਹੈਰਾਨੀਜਨਕ ਜਾਂ ਬਹੁਤ ਵੱਡੀ ਚੀਜ਼ ਹੋਈ ਹੈ, ਜਾਂ ਇਹ ਸਿਆਸਤ ਦੇ ਪਾਰਟ ਹੁੰਦੇ ਆ ਇੱਕ ਕਿਸੇ ਵੀ ਤਰ੍ਹਾਂ ਦੀ, ਪੰਥਕ ਸਿਆਸਤ ਹੋਵੇ ਜਾਂ ਦੂਜੀ ਸਿਆਸਤ ਹੋਵੇ, ਦੇਖੋ ਸੋ ਇਹ ਪਾਰਟ ਚੱਲਦਾ ਰਹਿੰਦਾ ਹੈ। ਸੋ ਇਸ ਤੇ ਇਤਰਾਜ਼ ਕੀ ਹੈ? ਇਹ ਕੋਈ ਪੰਥਕ ਮੇਲ ਨਹੀਂ ਹੋਇਆ, ਇਹ ਕੋਈ ਪੰਥਕ ਮੇਲ ਨਹੀਂ ਹੋਇਆ, ਇਹ ਵਪਾਰੀਆਂ ਦਾ ਆਪਸ ਵਿੱਚ ਇੱਕ ਗੈਟ ਟੂਗੇਦਰ ਹੋਈ ਹੈ। ਜਿਹੜੇ ਬੰਦਿਆਂ ਨੇ ਅੱਜ ਤੱਕ ਆਪਣੇ ਨਿੱਜੀ ਮੁਫਾਦ ਦੇ ਇਲਾਵਾ ਦੂਜੀ ਕੋਈ ਗੱਲ ਨਾ ਕੀਤੀ ਹੋਏ, ਉਹ ਅੱਜ ਉਹਨਾਂ ਦਾ ਮੁਫਾਦ ਹੈ ਅਕਾਲੀ ਦਲ ਨੂੰ ਵਰਤਣਾ, ਔਰ ਕੁਝ ਦਿਨਾਂ 'ਚ ਤੁਹਾਡੇ ਸਾਹਮਣੇ ਆ ਜਾਏਗਾ। ਮੈਂ ਉਸ ਲਾਈਨ ਦੇ ਉੱਤੇ ਅੱਜ ਬਿਲਕੁਲ ਨਹੀਂ ਜਾਣਾ ਚਾਹੁੰਦਾ ਤੁਸੀਂ, ਕਿਉਂਕਿ ਜਿਹੜੀ ਗੱਲ ਕੀਤੀ ਹੈ, ਮੈਂ ਆਪ ਅਕਾਲੀ ਦਲ ਦੀ ਮੈਨੂੰ ਜ਼ਿੰਮੇਵਾਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਦਿੱਲੀ 'ਚ ਦਿੱਤੀ ਸੀ, ਔਰ ਜਿਹੜਾ ਅੱਜ ਕਾਰਨ ਬਣ ਰਿਹਾ ਮੇਰੇ ਛੱਡਣ ਦਾ ਕਾਰਨ ਵੀ ਹੋਈ ਸੀ। ਭਾਵੇਂ ਇਹਨੂੰ ਬਰਾੜ ਸਾਹਿਬ ਮੀਡੀਆ ਦੇ ਅੱਗੇ ਬੋਲਣ ਨਾ ਬੋਲਣ, ਭਾਵੇਂ ਲੀਡਰਸ਼ਿਪ ਕਿਸੇ ਕੋਲ ਪੁੱਛ ਲਓ, ਜਿਸ ਵਕਤ ਸਾਨੂੰ ਕਿਹਾ ਗਿਆ ਸੀ ਕਿ ਇਹਨਾਂ ਨਾਲ ਸਾਂਝ ਕਰ ਲਓ, ਤੇ ਸਾਡੀ ਵੀ ਇੱਕੋ ਸ਼ਰਤ ਸੀ ਕਿ ਇਹ ਪਾਰਟੀ ਆਪਣੀ ਖਤਮ ਕਰਨ, ਮਗਰ ਇਹਨਾਂ ਨੇ ਪਾਰਟੀ ਉਸ ਵਕਤ ਵੀ ਖਤਮ ਨਹੀਂ ਕੀਤੀ ਸੀ, ਔਰ ਇਸ ਕਰਕੇ ਅਸੀਂ ਮਨਾ ਕਰਤਾ, ਕਿਉਂਕਿ ਅਸੀਂ ਸੰਗਤ ਦੇ ਨਾਲ ਜਿੱਤ ਕੇ ਆਏ ਹਾਂ, ਔਰ ਅਸੀਂ ਦੁਬਾਰਾ ਜਦ ਸੰਗਤ 'ਚ ਜਾਵਾਂਗੇ ਤੇ ਅਸੀਂ ਕਿਸ ਮੂੰਹ ਦੇ ਨਾਲ ਜਾਵਾਂਗੇ। ਅੱਜ ਇਹਨਾਂ ਨੂੰ ਪਤਾ ਹੋਏ ਕਿ ਜਿਹੜੇ ਬੰਦੇ ਬਰਗਾੜੀ ਦਾ ਦੋਸ਼ ਤੁਹਾਡੇ ਤੇ ਲਾਉਂਦੇ ਸੀ, ਅੱਜ 328 ਸੂਬਾ ਦੀ ਗੱਲ ਸਰਨਾ ਸਾਹਿਬ ਨੇ ਖੁਦ ਕੀਤੀ ਹੈ, ਇਹਨਾਂ ਦੇ ਜਵਾਬ ਜਦ ਇਹਨਾਂ ਕੋਲ ਨਹੀਂ ਹੈ ਤੇ ਸੰਗਤ ਸਰਨਾ ਸਾਹਿਬ ਕੋ ਪੁੱਛੇਗੀ ਵੀ ਤੁਹਾਨੂੰ ਜਵਾਬ ਮਿਲ ਗਿਆ ਕਿ ਨਹੀਂ ਮਿਲ ਗਿਆ। ਸਰਬਜੀਤ ਜੀ ਤੋਂ ਵੀ ਇੱਕ ਕਮੈਂਟ ਲੈ ਲਾਂ ਜੀ। ਸਰਬਜੀਤ ਜੀ ਕੋਈ ਬਹੁਤ ਜਿਹੜਾ ਸਵਾਲ ਮੈਂ ਕਾਲਕਾ ਸਾਹਿਬ ਤੋਂ ਪੁੱਛ ਰਿਹਾ ਵੀ ਕੋਈ ਬਹੁਤ ਹੈਰਾਨੀਜਨਕ ਚੀਜ਼ ਹੋਈ ਹੈ? ਨਹੀਂ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ, ਦੋ ਪਰਿਵਾਰਾਂ ਦਾ ਮੇਲ ਹੋਇਆ, ਇਹ ਪਰਿਵਾਰਾਂ ਦੇ ਮੇਲ ਹੈਰਾਨੀਜਨਕ ਨਹੀਂ ਹੁੰਦੇ, ਔਰ ਸਿਆਸਤ ਦੇ ਵਿੱਚ ਜਿਹੜੀਆਂ ਇਹ ਗੱਲਾਂ ਚੱਲਦੀਆਂ ਨੇ ਜੀ, ਉਹ ਵੱਖਰੀ ਗੱਲ ਹੈ, ਲੇਕਿਨ ਇਹ ਪੰਥਕ ਮੇਲ ਨਹੀਂ ਇਹਨੂੰ ਮੈਂ ਮੰਨਦਾ। ਇਹ ਸਿਰਫ ਤੇ ਸਿਰਫ ਇੱਕ ਦੋ ਪਰਿਵਾਰਾਂ ਦਾ ਮੇਲ ਹੋਇਆ, ਔਰ ਪਰਿਵਾਰ ਨੂੰ ਅੱਗੇ ਹੁਣ ਪਰਿਵਾਰ ਦੇ ਕੋਲ ਆਪਣੀ ਜ਼ਮੀਨ ਖੁੱਸ ਚੁੱਕੀ ਹੈ, ਉਹ ਖੁਸ਼ੀ ਹੋਈ ਜ਼ਮੀਨ ਨੂੰ ਦੁਬਾਰਾ ਹਾਸਲ ਕਰਨ ਦੇ ਲਈ ਹੱਥ ਪੈਰ ਮਾਰੇ ਜਾ ਰਹੇ ਨੇ, ਤੇ ਉਹ ਸਰਨਾ ਭਰਾਵਾਂ ਦੇ ਸ਼ਰਨ ਵਿੱਚ ਆਏ ਨੇ। ਸੋ ਮੈਂ ਬਰਾੜ ਸਾਹਿਬ, ਠੀਕ ਹੈ, ਸਮਝ ਗਿਆ ਮੈਂ ਤੁਹਾਡੀ ਗੱਲ ਸਰਬਜੀਤ ਜੀ। ਮੈਂ ਬਰਾੜ ਸਾਹਿਬ ਇਹਨੂੰ ਥੋੜਾ ਹੋਰ ਐਲੈਬੋਰੇਟ ਕਰ ਦਿੰਦਾ, ਜਾਂ ਮੈਂ ਹੋਰ ਸਪਸ਼ਟ ਸ਼ਬਦਾਂ 'ਚ ਇਹ ਸਵਾਲ ਪੁੱਛ ਲੈਣਾ ਜਿਹੜਾ ਕਾਲਕਾ ਸਾਹਿਬ ਨੇ ਬੋਲਿਆ ਨਹੀਂ, ਜਾਂ ਉਹਨਾਂ ਨੇ ਉਹ ਸ਼ਬਦ ਨਹੀਂ ਯੂਜ਼ ਕੀਤੇ ਵੀ ਅਕਾਲੀ ਦਲ ਦੇ ਕੋਲ, ਸ਼੍ਰੋਮਣੀ ਅਕਾਲੀ ਦਲ ਦੇ ਕੋਲ ਦਿੱਲੀ 'ਚ ਹੁਣ ਕੋਈ ਨਹੀਂ ਰਹਿ ਗਿਆ ਸੀ ਚਲਾਉਣ ਵਾਲਾ, ਕੋਈ ਨਾ ਕੋਈ ਸਹਾਰਾ ਚਾਹੀਦਾ ਸੀ, ਇਸ ਕਰਕੇ ਸਰਨਾ ਭਰਾਵਾਂ ਦਾ ਸਹਾਰਾ ਲਿਆ ਜਾ ਰਿਹਾ। ਦੇਖੋ, ਮੇਰੀ ਬੇਨਤੀ ਹੈ ਕਿ ਭਾਵੇਂ ਕਾਲਕਾ ਸਾਹਿਬ ਹੋਣ ਤੇ ਭਾਵੇਂ ਸਿਰਸਾ ਸਾਹਿਬ ਹੋਣ, ਇਹ ਅਕਾਲੀ ਦਲ ਦੇ ਹੀ ਪਲੇ ਸੀਗੇ, ਔਰ ਜਿਹੜੇ ਕਹਿੰਦੇ ਆ ਕਿ ਅਸੀਂ ਜਿੱਤ ਕੇ ਆਏ ਸੰਗਤ ਤੋਂ, ਸੰਗਤ ਦੇ ਨਾਲ ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਤੇ ਹੀ ਜਿੱਤ ਕੇ ਆਏ ਸੀ। ਤੇ ਜੇ ਮੰਨ ਲਓ ਤੁਹਾਨੂੰ ਲੱਗਦਾ ਕਿ ਸੰਗਤ ਦੇ ਨਾਂ ਤੇ ਜਿੱਤ ਕੇ ਆਏ ਆ, ਤੇ ਮੈਂ ਕਾਲਕਾ ਸਾਹਿਬ ਨੂੰ ਚੈਲੰਜ ਦਿੰਦਾ, ਆਪਾਂ ਦੁਬਾਰੇ ਚੋਣਾਂ ਕਰਾ ਲਈਏ ਤਾਂ ਕਿ ਪਤਾ ਲੱਗ ਜਾਏ ਕਿ ਸੰਗਤ ਕਿਹਨੂੰ ਕਿੰਨਾ ਕੁ ਪਿਆਰ ਕਰਦੀ ਹੈ। ਇਸ ਕਰਕੇ ਧੋਖੇ ਦਾ ਸ਼ਿਕਾਰ ਪਾਰਟੀ ਨੂੰ ਹੋਣਾ ਪਿਆ, ਔਰ ਧੋਖਾ ਕਰਕੇ ਇਹ ਸਾਰੇ, ਤੇ ਮੈਨੂੰ ਲੱਗਦਾ
ਜਿੰਨਾ ਕਿ ਸਰਨਾ ਸਾਹਿਬ ਨਾਲ ਇਹਨਾਂ ਨੂੰ ਸਮਝੌਤਾ ਕਰਨ ਦੀ ਗੱਲ ਕਰਦੇ ਆ ਨਾ, ਸਿਰਸਾ ਸਾਹਿਬ ਨਾਲ ਤਾਂ ਉਦੋਂ ਵੀ ਇਹਨਾਂ ਦੇ ਲਈ ਬੜਾ ਇੱਕ ਤਰ੍ਹਾਂ ਨਾਲ ਜ਼ਹਿਰ ਖਾਨ ਦੇ ਬਰਾਬਰ ਸੀ ਜੋ ਹਾਲਾਤ ਪਿਛਲੇ ਰਹੇ ਆ। ਤੇ ਇਸ ਕਰਕੇ ਇਹਨਾਂ ਨੂੰ ਉਸ ਵੇਲੇ ਪਤਾ ਨਹੀਂ ਕੀ ਖਿਚੜੀ ਪੱਕੀ ਕਿ ਉਧਰਲਾ ਜ਼ਿਆਦਾ ਚੰਗਾ ਲੱਗਿਆ, ਇਧਰਲਾ ਨਾ ਚੰਗਾ ਲੱਗਿਆ। ਚੱਲ ਕਰੋ, ਮੈਂ ਇਹਨਾਂ ਦਾ ਫੈਸਲਾ ਇਹਨਾਂ ਦੇ ਆਪਦੇ ਸਿਰ ਮੱਥੇ ਆ। ਸੰਗਤ ਦਿੱਲੀ ਦੀ ਆਉਣ ਵਾਲੇ ਸਮੇਂ ਦੇ ਵਿੱਚ ਆਪੇ ਫੈਸਲਾ ਕਰ ਲੇਗੀ ਕੀ ਕਰਨਾ ਕੀ ਨਹੀਂ ਕਰਨਾ। ਪਰ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਹਿਯੋਗ ਨਾਲ ਜਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਜਾਰੀ ਕੀਤੀਆਂ ਟਿਕਟਾਂ ਤੇ ਸਾਰੇ ਜਿੱਤ ਕੇ ਆਏ ਸੀ, ਜਿਹੜੇ ਧੋਖਾ ਦੇ ਕੇ ਭੱਜੇ ਨੇ। ਮੇਰਾ ਸਵਾਲ ਪੁੱਛਣ ਦਾ ਮਤਲਬ ਇਹ ਹੈ ਕਿ ਪਿਛਲੇ ਸਮੇਂ 'ਚ ਮਨਜੀਤ ਜੀਕੇ ਰਹੇ ਹੋਣ, ਮਨਜਿੰਦਰ ਸਿਰਸਾ ਰਹੇ ਹੋਣ ਜਾਂ ਕਾਲਕਾ ਸਾਹਿਬ ਰਹੇ ਹੋਣ, ਅਵਤਾਰ ਸਿੰਘ ਹਿੱਤ ਜਿਨ੍ਹਾਂ ਦਾ ਪਿਛਲੇ ਦਿਨੀ ਦੇਹਾਂਤ ਹੋ ਗਿਆ, ਸੋ ਅਕਾਲੀ ਦਲ ਦੇ ਚਿਹਰੇ ਇਹ ਰਹੇ ਨੇ। ਸੋ ਅੱਜ ਇੱਕ ਅਕਾਲੀ ਦਲ ਦੇ ਕੋਲ ਕੋਈ ਚਿਹਰਾ ਨਹੀਂ ਰਿਹਾ, ਕੀ ਇਸ ਕਰਕੇ ਸਰਨਾ ਸਾਹਿਬ ਕੋਲੇ ਜਾਣਾ ਪਿਆ ਅਕਾਲੀ ਦਲ ਨੂੰ? ਚਲੋ ਇਹਨੂੰ ਵੱਡੇ ਲੀਡਰ ਨੇ ਜੇ ਆਏ ਨੇ ਤੇ ਕੁਦਰਤੀ ਗੱਲ, ਉਹਨੂੰ ਚਿਹਰਾ ਤਾਂ ਵੱਡਾ ਹੀ ਬਣਦਾ ਹੁੰਦਾ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਮੇਰੀ ਇੱਕ ਬੇਨਤੀ ਹੈ ਕਿ ਜਿਸ ਤਰ੍ਹਾਂ ਕਹਿ ਰਹੇ ਸੀ ਪਰਿਵਾਰ ਬਾਰ-ਬਾਰ ਕਾਲਕਾ ਜੀ ਨੇ ਕਹੀ ਹੈ ਇੱਕ ਗੱਲ, 102 ਸਾਲ ਪੁਰਾਣੀ ਪਾਰਟੀ ਦੇ ਪ੍ਰਧਾਨ ਨੇ ਉਹ, ਤੁਹਾਡੇ ਵਾਂਗੂ ਘਰੇ ਬਣਾਈ ਪਾਰਟੀ ਦੇ ਨਹੀਂ, ਉਹ ਵੀ ਪਿੱਛੋਂ ਬੈਕਅਪ ਕਿਸੇ ਹੋਰ ਦੀ ਹੋਵੇ। ਇਸ ਕਰਕੇ ਮੇਰੀ ਬੇਨਤੀ ਹੈ ਸ਼ਬਦਾਂ ਦੀ ਮਰਜ਼ਾਦਾ ਰੱਖੋ। ਜੇ ਅੱਜ ਸਰਨਾ ਸਾਹਿਬ 23 ਸਾਲਾਂ ਬਾਅਦ ਨਾਲ ਬੈਠੇ ਨੇ ਤੇ ਸੁਖਬੀਰ ਸਿੰਘ ਬਾਦਲ ਸਾਹਿਬ ਦੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਤਾਰੀਫਾਂ ਕਰਦੇ ਨੇ, ਤੇ ਕਿ 4 ਦਿਨਾਂ ਨੂੰ ਹੋ ਸਕਦਾ ਤੁਹਾਨੂੰ ਵੀ ਕਰਨੀਆਂ ਪੈ ਜਾਣ। ਇਸ ਕਰਕੇ ਸ਼ਬਦ ਉਹ ਰੱਖੋ ਜਿਹੜੇ ਮੂੰਹ 'ਚ ਪੈ ਸਕਣ, ਉਹ ਜਿਹੇ ਸ਼ਬਦ ਨਾ ਰੱਖੋ ਕਿ ਦੁਬਾਰਾ ਮੂੰਹ 'ਚ ਨਾ ਪੈਣ। ਕਾਲਕਾ ਜੀ ਹੱਸ ਰਹੇ ਹੈ, ਕਾਲਕਾ ਜੀ ਸਥਾਈ ਤੇ ਕੁਝ ਵੀ ਨਹੀਂ ਹੁੰਦਾ ਸਿਆਸਤ 'ਚ, ਜਿਵੇਂ ਮੈਂ ਪਹਿਲਾਂ ਕਿਹਾ, ਕੀ ਪਤਾ ਕੱਲ ਨੂੰ ਫੇਰ ਇਕੱਠੇ ਹੋਣਾ ਪਏ। ਕਹਿ ਰਹੇ ਹੋ ਬਰਾੜ ਸਾਹਿਬ ਬੜੇ ਅਗਰੈਸਿਵ ਹੋ ਰਹੇ ਨੇ। ਪਹਿਲੀ ਗੱਲ ਤੇ ਦੱਸੋ, ਨਾ ਹੀ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਕੋਈ ਗਲਤ ਕੀਤੀ, ਬਾਦਲ ਸਾਹਿਬ ਕਰਕੇ ਗੱਲ ਕਰਦੇ ਆ, ਤੇ ਨਾ ਹੀ ਬਰਾੜ ਸਾਹਿਬ ਤੋਂ ਘੱਟ ਗੱਲ ਕੀਤੀ ਹੈ। ਹੁਣ ਜੇ ਸਰਨਾ ਸਾਹਿਬ ਦੇ ਬਾਰੇ ਵੀ ਅਪਸ਼ਬਦੀ ਇਹ ਨਹੀਂ ਸੁਣ ਸਕਦੇ, ਜਿਹੜੇ ਬੰਦਿਆਂ ਦਾ ਪਿਛੋਕੜ ਹੀ ਇਹ ਰਿਹਾ, ਜਿਹੜੇ ਬੰਦਿਆਂ ਨੇ ਹਮੇਸ਼ਾ ਕੌਮ ਨੂੰ ਵਰਤਿਆ, ਹਰ ਲੀਡਰ ਨੂੰ ਉਹਨਾਂ ਨੇ ਵਰਤਿਆ, ਇਹ ਦੱਸ ਦਿਓ ਬਰਾੜ ਸਾਹਿਬ ਆ ਕੇ ਦਿੱਲੀ ਦੀਆਂ ਸਟੇਜਾਂ ਤੇ ਕਹਿੰਦੇ ਸੀ ਕਿ ਨਹੀਂ ਕਹਿੰਦੇ ਸੀ ਕਿ ਇਹ ਦੋ ਸੰਗਰਾਦਾ ਬਣਾਉਣ ਵਾਲਾ, ਅਕਾਲ ਤਖਤ ਦਾ ਦੁਖੀ ਬੰਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀਆਂ ਤੋਂ ਮੁਕਰਨ ਵਾਲਾ ਬੰਦਾ, ਇਹ ਗੱਲਾਂ ਇਹ ਅਕਾਲੀ ਦਲ ਕਰਦਾ ਸੀ ਕਿ ਨਹੀਂ ਕਰਦਾ ਸੀ? ਅੱਜ ਸਰਨਾ ਸਾਹਿਬ ਬਾਰੇ ਵੀ ਇਹਨਾਂ ਨੂੰ ਗੱਲ ਸੁਣਨ ਨੂੰ ਨਹੀਂ ਹੋ ਰਹੀ, ਤੇ ਮੈਨੂੰ ਬੜੀ ਹੈਰਾਨੀ ਹੋ ਰਹੀ ਹੈ ਕਿ ਇਹਨਾਂ ਨੂੰ, ਹੁਣ ਮੈਂ ਵੀ ਕਹਿ ਸਕਦਾ ਕਿ ਚਾਬੀ ਕਿੱਥੋਂ ਭਰੀ ਹੈ ਕੀ ਨਹੀਂ, ਬਟ ਮੇਰੇ ਵੱਡੇ ਭਰਾ ਨੇ, ਮੈਂ ਇਸ ਕਰਕੇ ਇਹਨਾਂ ਦੇ ਖਿਲਾਫ ਕੋਈ ਗੱਲ ਨਹੀਂ ਕਰਨੀ। ਮਗਰ ਇਹ ਗੱਲ ਆਪਾਂ ਵੀ ਦੇਖਣਾ ਚਾਹੀਦਾ ਕਿ ਜਿਹਦੇ ਨਾਲ ਅਸੀਂ ਗੱਲ ਕਰ ਰਹੇ ਹਾਂ ਉਹ ਵੀ ਕਿਧਰੇ ਨਾ ਕਿਧਰੇ ਤੁਹਾਡੀ ਰਿਸਪੈਕਟ ਨੂੰ ਕਿਧਰੇ ਠੇਸ ਨਹੀਂ ਆਉਣ ਦਿੰਦਾ। ਮਗਰ ਤੁਸੀਂ ਜਿਸ ਤਰੀਕੇ ਨਾਲ ਹੁਣ ਗੱਲ ਕੀਤੀ ਹੈ ਇੰਨੇ ਐਗਰੈਸਿਵ ਹੋ ਕੇ, ਇਹ ਚੰਗਾ ਨਹੀਂ ਲੱਗਦਾ ਬਰਾੜ ਸਾਹਿਬ, ਕਿਉਂਕਿ ਆਪਾਂ ਸਾਰੇ ਇਕੱਠੇ ਰਹੇ ਆ ਔਰ ਕਿਨ ਹਾਲਾਤਾਂ 'ਚ ਇਹ ਕੰਮ ਹੋਇਆ ਸੀ ਤੁਹਾਨੂੰ ਵੀ ਪਤਾ ਹੈ, ਔਰ ਕਿਉਂ ਕੀਤਾ ਗਿਆ ਉਸ ਵਕਤ ਵੀ ਕਿਹਦੇ ਕਹਿਣ ਤੇ ਹੋਇਆ ਸੀ। ਮੈਂ ਉਹਨਾਂ ਵੱਡੇ ਲੀਡਰਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ, ਕਿਉਂਕਿ ਇੱਕ ਡਿਬੇਟ ਹੋਰ ਫਿਰ ਸ਼ੁਰੂ ਹੋ ਜਾਏਗੀ ਔਰ ਆਪਾਂ ਇੱਕ ਦੂਜੇ ਦੇ ਬਰਾੜ ਸਾਹਿਬ ਦੀ ਸ਼ਬਦਾਵਲੀ 'ਚੋਂ ਚੋਟ ਲੱਗੀ ਬੋਲਦੀ ਹੈ ਜੀ। ਮੈਂ ਬਰਾੜ ਸਾਹਿਬ ਦੀ ਸ਼ਬਦਾਵਲੀ 'ਚੋਂ ਇਹ ਲੱਗਦਾ ਵੀ ਸ਼ਾਇਦ ਚੋਟ ਵੱਡੀ ਲੱਗੀ ਹੈ, ਡੂੰਗੀ ਸੱਟ ਵੱਜੀ ਜਿਹਨੂੰ ਕਹਿੰਦੇ ਨੇ ਪੰਜਾਬੀ 'ਚ। ਗੱਲ ਇਹ ਨਹੀਂ ਹੈ ਜੀ, ਗੱਲ ਐਵੇਂ ਕਿ ਬਰਾੜ ਸਾਹਿਬ ਨੂੰ ਇਹ ਕਦੀ ਉਮੀਦ ਨਹੀਂ ਸੀ ਕਿ ਹਰਮੀਤ ਸਿੰਘ ਇਹਨਾਂ ਦੇ ਸਾਹਮਣੇ ਬੈਠ ਕੇ ਡਿਬੇਟ ਕਰੇਗਾ, ਕਿਉਂਕਿ ਮੈਂ ਇਹਨਾਂ ਦਾ ਸਤਿਕਾਰ ਬਹੁਤ ਕਰਦਾ, ਇਸ ਕਰਕੇ ਹੋ ਸਕਦਾ ਚੋਟ ਲੱਗੀ। ਚਲੋ ਸਭ ਕੁਝ ਪੋਸੀਬਲ ਹੁੰਦਾ ਸਿਆਸਤ ਦੇ ਵਿੱਚ, ਅਸੀਂ ਤੇ ਬਾਰ-ਬਾਰ ਇਹ ਗੱਲ ਕਰਦੇ। ਮੈਂ ਜਵਾਬ ਦੇਣਾ ਚਾਹੂੰਗਾ। ਜੀ ਬਰਾੜ ਸਾਹਿਬ, ਕਾਲਕਾ ਸਾਹਿਬ ਨੇ ਕਹੀ ਹੈ ਕਿ ਸਰਨਾ ਸਾਹਿਬ ਨੂੰ ਦੋ ਜਿਹੜੇ ਗੁਰਪੁਰਬ ਮਨਾਉਣ ਦੇ ਦੋਸ਼ੀ ਕਰਾਰ ਦਿੰਦੇ ਸੀ ਜਾਂ ਹੋਰ ਗੱਲਾਂ ਤੇ ਕਰਾਰ ਦਿੰਦੇ ਸੀ। ਅਗਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਗਿਆ ਤੇ ਨੀਤੀਆਂ ਅਕਾਲ ਤਖਤ ਸਾਹਿਬ ਦੀਆਂ ਨੂੰ ਮੰਨਦੇ ਆ, ਤੇ ਫਿਰ ਤੇ ਕੋਈ ਪ੍ਰੋਬਲਮ ਨਹੀਂ ਹੋਣੀ। ਜੇ ਕੋਈ ਦੋ ਮਨਾਊਗਾ ਅੱਜ ਵੀ, ਜੇ ਤੁਸੀਂ ਵੀ ਲਹਿਦੀ ਉਂਗਲ ਖੜੀ ਕਰੋਗੇ ਜਾਂ ਲਹਿਦਾ ਕੁਝ ਖੜਾ ਕਰੋਗੇ ਤਾਂ ਤੁਹਾਡੇ ਖਿਲਾਫ ਵੀ ਬੋਲਾਂਗੇ। ਬਰਾੜ ਸਾਹਿਬ ਹੋਰ ਕਰੂਗਾ ਉਹਦੇ ਖਿਲਾਫ ਵੀ ਬੋਲਾਂਗੇ। ਇਸ ਕਰਕੇ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਹੈ, ਇਹ ਮੁੱਦਾ ਦਿੱਲੀ ਦੀ ਗੱਲ ਪੂਰੀ ਹੋ ਲੈਂਦਾ। ਕਾਲਕਾ ਸਾਹਿਬ ਇੱਕ ਮਿੰਟ ਗੱਲ ਪੂਰੀ ਹੋ ਲੈਂਦੀ। ਇਹ ਮੁੱਦਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਚੱਲੇਗਾ, ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਖਿਲਾਫ ਚੱਲੇਗਾ ਤੇ ਕੁਦਰਤੀ ਗੱਲ ਅਸੀਂ ਉਹਨਾਂ ਦੇ ਖਿਲਾਫ ਬੋਲਾਂਗੇ। ਜੇ ਉਹ ਉਸ ਚੀਜ਼ ਸ਼ਬਦਾਵਲੀ ਤੇ ਤਿੱਖੀ ਸਰਨਾ ਸਾਹਿਬ ਕੋਲ ਕਲੈਰਿਟੀ ਲੈ ਲਈ ਗਈ ਹੈ ਕਿ ਕਿਹੜੇ ਕੈਲੰਡਰ ਨੂੰ ਮੰਨਣਗੇ, ਨਾਨਕਸ਼ਾਹੀ ਨੂੰ ਮੰਨਣਗੇ ਜਾਂ ਸੰਮਤ ਨੂੰ ਮੰਨਣਗੇ। ਇਹ ਮੈਨੂੰ ਦੱਸ ਦਿਓ, ਜਿਹੜਾ ਬੰਦਾ ਹਰਿਆਣਾ ਕਮੇਟੀ ਅੱਜ ਤੁਸੀਂ ਧਰਨੇ ਕੱਢ ਰਹੇ ਹੋ, ਸ਼੍ਰੋਮਣੀ ਕਮੇਟੀ ਧਰਨੇ ਕੱਢ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਫਾੜਿਆ ਜਾ ਰਿਹਾ, ਹਰਿਆਣਾ ਦਾ ਤਾਂ ਸਵਾਲ ਆ ਗਿਆ ਨਾ ਕਿ ਸਰਨਾ ਸਾਹਿਬ ਅੱਜ ਤੁਸੀਂ ਧਰਨੇ ਕੱਢ ਰਹੇ ਹੋ ਕਿ ਹਰਿਆਣਾ ਕਮੇਟੀ ਦਾ ਫਾੜ ਹੋ ਗਿਆ, ਤੁਸੀਂ ਸੁਪਰੀਮ ਕੋਰਟ ਦੇ, ਤੁਸੀਂ ਕਿਹਾ ਤੁਹਾਨੂੰ ਪਤਾ ਨਹੀਂ ਕਿ ਸਰਨਾ ਸਾਹਿਬ ਦਾ ਅੱਜ ਕਲੀਅਰ ਸਟੈਂਡ ਹੈ ਕਿ ਹਰਿਆਣਾ ਕਮੇਟੀ ਜਿਸ ਵਕਤ ਬਣਾਈ ਸੀ ਤੇ ਸਰਨਾ ਸਾਹਿਬ ਦਾ ਵੱਡਾ ਰੋਲ ਸੀ। ਇਹ ਅੱਜ ਉਹਨਾਂ ਨੇ ਕਲੈਰਿਟੀ ਦੇਤੀ ਕਿ ਮੈਂ ਹਰਿਆਣਾ ਕਮੇਟੀ ਦੇ ਹੱਕ 'ਚ ਆ ਜਾਂ ਉਹਦੇ ਅਗੇਂਸਟ ਹੈਗਾ। ਸੋ ਕਿਧਰੇ ਨਾ ਕਿਧਰੇ ਇਹ ਗੱਲਾਂ ਦਾ ਜਵਾਬ ਸੰਗਤ ਮੰਗਦੀ ਹੈ। ਜਵਾਬ ਲੈ ਲਈਏ, ਇਹ ਨਹੀਂ ਕਹਿੰਦੀ ਕਿ ਅੱਜ ਮੇਰਾ ਦਿਲ ਪਕੌੜੇ ਖਾਂਦਾ ਕਿ ਮੈਂ ਪਕੌੜੇ ਖਾਣੇ ਤੇ ਕੱਲ ਮੇਰਾ ਦਿਲ ਚੌਮਿਨ ਖਾਂਦਾ ਤੇ ਮੈਂ ਚੌਮਿਨ ਖਾਵਾਂਗਾ। ਮੇਰੀ ਬੇਨਤੀ ਸੁਣ ਲਓ, ਪੰਥ ਦੀ ਜ਼ਿੰਮੇਵਾਰੀ ਹੈ, ਪੰਥ ਨੂੰ ਜਵਾਬ ਦੇਣਾ ਪਏਗਾ। ਬੇਨਤੀ ਸੁਣ ਲਓ
ਬੇਨਤੀ ਸੁਣ ਲਓ, ਤੁਸੀਂ ਉਹਨਾਂ ਕੋਲੋਂ ਹੀ ਆਏ ਹੋ, ਕੋਈ ਨਹੀਂ, ਬੇਨਤੀ ਸੁਣ ਲਓ। ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਨਹੀਂ ਮੰਨੇਗਾ, ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰੇਗਾ, ਉਹ ਸਾਡਾ ਹਿੱਸਾ ਨਹੀਂ ਹੋਏਗਾ। ਇਹ ਮੈਂ ਪਹਿਲਾਂ ਹੀ ਸਪਸ਼ਟ ਕਰ ਦਿਆਂ। ਇੱਕ ਗੱਲ, ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀ ਸਾਜ਼ਿਸ਼ ਕੋਈ ਵੀ ਕਰੇਗਾ। ਅਕਾਲੀ ਦਲ ਨੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨਿਆ। ਬੋਲੀ ਜਾਂਦੇ ਹੋ, ਆਪਾਂ ਲੋਕਾਂ ਦੀ ਗੱਲ ਤੇ ਚਲੀ ਜਾਣ ਦਿਓ। ਦੁਬਾਰੇ ਜਿਹੜਾ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀ ਕੋਈ ਵੀ ਕੋਸ਼ਿਸ਼ ਕਰੇਗਾ, ਉਹ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਨਹੀਂ ਹੋਏਗਾ। ਮੈਂ ਤੁਹਾਨੂੰ ਪਹਿਲਾਂ ਸਪਸ਼ਟ ਕਰ ਦਿੰਦਾ। ਔਰ ਹਰਿਆਣੇ ਦੇ ਵਿੱਚ ਮੈਂ ਬੇਨਤੀ ਕਰਦਿਆਂ, ਹਰਿਆਣੇ ਦੇ ਬਾਕੀ ਗੁਰਦੁਆਰੇ ਨੇ, ਕੁੱਲ 7 ਗੁਰਦੁਆਰੇ ਨੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਸਾਂਭ ਸੰਭਾਲ ਹੈ। ਗੱਲ ਉੱਥੇ ਨਾ ਗੋਲਕ ਦੀ ਹੈ ਤੇ ਨਾ ਹਰਿਆਣੇ ਵਾਲੇ ਨਾ ਭਰਾਵਾਂ ਨਾਲ ਕੋਈ ਲੜਾਈ ਹੈ। ਗੱਲ ਹੈਗੀ ਕਿ ਕੇਂਦਰ ਦੇ ਐਕਟ ਨੂੰ ਇੱਕ ਵਿਧਾਨ ਸਭਾ ਕਿਵੇਂ ਤੋੜ ਸਕਦੀ ਹੈ। ਜੇ ਵਿਧਾਨ ਸਭਾ ਤੋੜ ਸਕਦੀ ਹੈ ਤੇ ਸਾਡਾ SYL ਦਾ ਮਤਾ ਪਾਇਆ ਜਿਹੜੀ ਕੇਂਦਰ ਹੈ ਉਹ ਕਿਉਂ ਨਹੀਂ ਮੰਨਦੀ? ਜਾਂ ਪੰਜਾਬੀ ਬੋਲਦੇ ਇਲਾਕੇ ਅਸੀਂ ਮੰਗ ਕੇ ਮਤਾ ਪਾਇਆ ਸੀ, ਉਹ ਕਿਉਂ ਨਹੀਂ ਬੋਲਦੇ? ਚੰਡੀਗੜ੍ਹ ਅਸੀਂ ਪੰਜਾਬ 'ਚ ਮਰਜ ਕਰਨ ਦੀ ਗੱਲ ਕੀਤੀ ਹੈ, ਉਹ ਕਿਉਂ ਨਹੀਂ ਮੰਨਦੀ? ਕੋਰਟ ਨੇ ਕੀਤਾ ਹੈ ਜੋ ਵੀ ਫੈਸਲਾ, ਜਮਾ ਫੈਸਲਾ ਚੈਲੰਜ ਕੀਤਾ ਜਾ ਸਕਦਾ, ਕੋਰਟ ਨੇ ਕੀਤਾ। ਹਰਿਆਣੇ ਦੀ ਸਰਵਉੱਚ ਪੰਜਾਬ ਦੀ ਸਰਕਾਰ ਤੇ ਉਹਨਾਂ ਨੇ ਦੇਸ਼ ਦੀ ਸਰਵਉੱਚ ਅਦਾਲਤ ਹੈ। ਚਲੋ ਕਿਸੇ ਅਦਾਲਤਾਂ 'ਚ ਸਰਕਾਰਾਂ ਹੀ ਸਟੈਂਡ ਗਲਤ ਲੈਂਦੀਆਂ। ਜੀ ਸਰਬਜੀਤ ਜੀ ਕਹਿ ਸਕਦੇ ਹੋ ਆਪਣੀ ਗੱਲ। ਸਰਬਜੀਤ ਜੀ ਕੁਝ ਕਹਿਣਾ ਚਾਹ ਰਹੇ? ਕਾਲਕਾ ਸਾਹਿਬ ਪਲੀਜ਼ 1 ਸੈਕਿੰਡ ਹੋਲਡ ਕਰਨਾ। 1 ਸੈਕਿੰਡ ਕਾਲਕਾ ਸਾਹਿਬ 1 ਸੈਕਿੰਡ ਹੋਲਡ ਕਰਨਾ। 1 ਸੈਕਿੰਡ ਸਰਬਜੀਤ ਜੀ ਕੋਈ ਗੱਲ ਐਡ ਆਨ ਕਰਨੀ ਚਾਹ ਰਹੇ ਆ, ਫਿਰ ਮੈਂ ਤੁਹਾਡੇ ਕੋਲ ਆ ਰਿਹਾ। ਮੈਂ ਬੜੇ ਸਤਿਕਾਰ ਨਾਲ ਆਪਣੇ ਵੀਰ ਬਰਾੜ ਜੀ ਨੂੰ ਕਹਿਣਾ ਚਾਹੁੰਦਾ ਜੀ ਕਿ ਇਹ ਬੜਾ ਉੱਚੀ ਬੋਲ ਕੇ ਕਹਿ ਰਹੇ ਨੇ ਕਿ ਜਿਹੜਾ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨੇਗਾ ਉਹਨੂੰ ਅਸੀਂ ਮੂੰਹ ਨਹੀਂ ਲਾਵਾਂਗੇ। ਮੈਨੂੰ ਦੱਸਣ ਕਿ ਅਕਾਲੀ ਦਲ ਨੇ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਿਆ? 100% ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਸੀ ਕੀਤੀ ਹੈ ਤੇ ਉਹ ਜਾ ਕੇ ਆਦੀ ਅਵਗਿਆ ਮਾਫ ਕਰਵਾ ਕੇ ਆਏ ਨੇ। ਤੁਸੀਂ ਯਾਦ ਜੀ ਉੱਥੇ ਕਿੰਨੇ ਕੈਂਡੀਡੇਟਾਂ ਨੇ ਜਿਨ੍ਹਾਂ ਨੇ ਅਵਗਿਆ ਕੀਤੀ ਸੀ, ਸਾਰੇ ਜਾ ਕੇ ਆਏ। ਮੈਨੂੰ ਹੀ ਗੱਲ ਕਰ ਲੈਂਦੇ ਹੋ, ਹੁਣ ਮੈਂ ਨਹੀਂ ਬੋਲਿਆ ਤੁਹਾਡੀ ਗੱਲ 'ਚ। ਜੀ ਸੁਖਬੀਰ ਸਿੰਘ ਬਾਦਲ ਜੀ ਵੀ ਸੌਦਾ ਸਾਧ ਕੋਲ ਗਏ ਵੋਟਾਂ, ਕੋਈ ਨਹੀਂ ਗਏ। ਜਿਸ ਦਿਨ ਦਾ ਹੁਕਮਨਾਮਾ ਕੋਈ ਨਹੀਂ ਗਏ। ਝੂਠ ਨਾ ਫੈਲਾਓ। ਆਹੀ ਆਦਤ ਸਾਧੂਵਾਦੀ ਹੈ ਤੇ ਉਹੀ ਉਹਦੀ ਟੀਮ ਦੀ ਹੈ। ਤੁਸੀਂ ਸਬੂਤ ਪੇਸ਼ ਕਰੋ। ਜੇ ਕਿਤੇ ਗਏ ਹੁਣ ਤੇ ਮੈਂ ਅਸੀਂ ਕਹਿੰਦੇ ਕਿ ਅਸੀਂ ਆਪ ਇਹਨਾਂ ਨੇ ਮਾਫੀ ਮੰਗਵਾ ਕੇ ਉਸ ਤੋਂ ਬਾਅਦ ਗਏ ਹੁਣ। ਹੋਰ ਦੱਸੋ ਦਾ ਕਿੰਨਾ ਪੈਸਾ ਜਾਇਆ ਕੀਤਾ? ਨਾ ਬੋਲੋ, ਮੈਂ ਝੂਠ ਬੋਲੀ ਜਾਣਾ ਯਾਰ। ਤੁਹਾਡਾ ਇੱਕੋ ਹੀ ਕੰਮ ਹੈ, ਕਾਂਗਰਸ ਦੁਆਰਾ ਬਣੀ ਕਮੇਟੀ ਤੇ RSS ਦੇ ਬੈਕਅਪ ਕਮੇਟੀ ਦਾ ਇੱਕੋ ਕੰਮ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ ਬਦਨਾਮ ਕਰਨਾ ਹੈ, ਐਸਜੀਪੀਸੀ ਨੂੰ ਕਿਵੇਂ ਕਮਜ਼ੋਰ ਕਰਨਾ ਹੈ। ਤੁਹਾਡਾ ਤੋਂ ਬਾਅਦ ਏਜੰਡਾ ਕੋਈ ਨਹੀਂ ਹੈ। ਸਿੱਖਾਂ ਦੀ ਸੇਵਾ ਕਰਨੀ ਹੈ, 10,000 ਗੁਰਦੁਆਰੇ ਹੋਣਗੇ ਹਰਿਆਣੇ ਦੇ ਵਿੱਚ। ਤੁਸੀਂ ਕਰ ਲਓ ਪ੍ਰਬੰਧ ਚੰਗੇ। ਸਾਨੂੰ ਕੌਣ ਕਹਿੰਦਾ ਇਸ ਗੱਲ ਨੂੰ? ਬੇਨਤੀ ਕਰਦਾ ਕਿ 1925 ਦਾ ਐਕਟ ਜਿਹੜਾ ਗਲਤ ਗੱਲ ਨਾ ਕਰੋ। ਚਲੋ ਐਕਟ ਤੇ ਆਪਾਂ ਗੱਲ ਕਰ ਸਕਦੇ ਹੋ। ਸੈਂਟਰ ਦਾ ਐਕਟ ਨਹੀਂ ਹੈ ਵੀਰ ਜੀ। ਇਹਨਾਂ ਦੇ ਵਕੀਲਾਂ ਨੇ, ਮੈਂ ਉੱਥੇ ਹੀ ਸੀ ਸੁਪਰੀਮ ਕੋਰਟ 'ਚ ਜਿਸ ਵੇਲੇ ਬਹਿਸ ਹੋ ਰਹੀ ਸੀ ਜੀ, ਇਹਨਾਂ ਦੇ ਵਕੀਲਾਂ ਨੇ ਮੰਨਿਆ ਕਿ ਇਹ ਸਟੇਟ ਐਕਟ ਹੈ, ਸੈਂਟਰ ਐਕਟ ਨਹੀਂ ਹੈ। ਇਹਨਾਂ ਦੇ ਵਕੀਲਾਂ ਨੇ ਮੰਨਿਆ, ਪੜ੍ਹ ਲੈਣ ਉਹਨਾਂ ਦੀ ਜੋ ਉਹਨਾਂ ਨੇ ਉੱਥੇ ਲਿਖਤੀ ਦਿੱਤਾ ਹੈ। ਫਿਰ ਇੱਥੇ ਗੱਲ ਕਰਨ ਕਿ ਇਹ ਸੈਂਟਰ ਦਾ ਐਕਟ ਹੈ। 1925 ਦੇ ਵਿੱਚ ਪੈਪਸੂ ਸੀ, ਉਸ ਲਈ ਸਟੇਟ ਐਕਟ ਬਣਿਆ ਸੀ ਇਹ, ਨਾ ਕਿ ਸੈਂਟਰ ਐਕਟ ਬਣਿਆ ਸੀਗਾ। ਇਹ ਸਾਰੀਆਂ ਚੀਜ਼ਾਂ ਉੱਥੇ ਸੁਪਰੀਮ ਕੋਰਟ ਦੇ ਵਿੱਚ ਹੋਈਆਂ ਨੇ। ਸੁਪਰੀਮ ਕੋਰਟ ਨੇ ਇਹਨਾਂ ਚੀਜ਼ਾਂ ਦਾ ਡਿਬੇਟ ਲੰਬੀ ਚਲੀ ਜਾਊਗੀ। ਮੇਰੇ ਵੀ ਸਵਾਲ ਸੀ। ਝਾੜੀ ਦੀ ਅਮੈਂਡਮੈਂਟ ਹੋਈ, ਕੇਂਦਰ ਨੇ ਕੀਤੀ। ਇਹ ਇਲੈਕਸ਼ਨ ਹੁੰਦੇ ਆ ਐਸਜੀਪੀਸੀ ਦੇ ਤੇ ਕੇਂਦਰ ਕਰਾਉਂਦਾ, ਮੈਂ ਵੋਟਾਂ ਬਣਵਾਉਂਦਾ, ਕੇਂਦਰ ਬਣਵਾਉਂਦਾ। ਚਲੋ ਫਿਰ ਆਪਾਂ ਬਰਾੜ ਸਾਹਿਬ ਡੀਰੇਲ ਹੋ ਜੂਗੀ। ਮੈਂ ਕੋਈ ਗੱਲ ਨਹੀਂ, ਤੁਸੀਂ ਇਹ ਟੈਕਨੀਕਲ ਇਸ਼ੂ ਹੈ। ਸਟੇਟ ਨੂੰ ਵਾਅਦੇ ਅਧਿਕਾਰਾਂ ਦੀ ਗੱਲ ਕੀਤੀ। ਦੇਖੋ ਕੋਰਟ ਦੇ ਵਿੱਚ ਸਭ ਕੁਝ ਡਿਸਕਸ ਹੋਇਆ ਜੀ। ਸੁਪਰੀਮ ਕੋਰਟ ਨੇ ਆਪਣਾ ਫੈਸਲਾ ਦਿੱਤਾ, ਉਹ ਸੰਕਤੇ ਦਾ ਗੱਲ ਕਰਨ ਦਾ ਕੋਈ ਫਾਇਦਾ ਨਹੀਂ। ਸਿਆਸੀ ਬਿਆਨ ਹੈ ਜਿੰਨੇ ਮਰਜ਼ੀ ਦੇ ਲਈਏ। ਕਾਲਕਾ ਸਾਹਿਬ, ਮੈਂ ਐਕਟ ਵਾਲੇ ਪਾਸੇ ਨਹੀਂ ਜਾਣਾ ਚਾਹੁੰਦਾ। ਮੈਂ ਸਿੰਪਲ ਤੁਹਾਡੇ ਤੋਂ ਬਿਲਕੁਲ ਮੈਂ ਬਰਾੜ